ਅੱਛਾ ਹਾਂਜੀ ਹਾਂਜੀ। ਉਹ ਸਾਡੇ ਕੋਲ ਨਾ ਅਸੀਂ ਕਰਾਚੀ ਵਾਲੇ ਜਿਹੜੇ ਐਕਟਰ ਨੇ ਸਾਡੇ ਕੋਲ ਗੈਪ 'ਚ ਹੈਗੇ ਨੇ, ਦੂਰ ਨੇ ਸਾਡੇ ਤੋਂ। ਇੰਝ ਲੱਗਦਾ ਅਸੀਂ ਉਹਨਾਂ ਨੂੰ ਕਰਨ ਜਾਂਦੇ ਤੇ ਅਸੀਂ ਇੰਡੀਆ ਤੋਂ ਐਕਟਰ ਲੈਣ ਚੱਲੇ ਹਾਂ। ਜਿਹੜੇ ਲੋਕਲ ਐਕਟਰ ਨੇ ਨਾ, ਜਿਸ ਤਰ੍ਹਾਂ ਸਾਈਮਾ ਜੀ ਨੇ, ਸ਼ਾਹ ਨੇ, ਇੱਥੋਂ ਦੇ ਜਿੰਨੇ ਵੀ ਡਾਇਰੈਕਟਰ ਨੇ, ਯਕੀਨ ਕਰੋ ਫਰਿਸ਼ਤਾ ਨੇ। ਇਹਨਾਂ ਨੇ ਗੱਲ ਕਰੋ, ਤੁਹਾਡੀ ਗੱਲ ਸੁਣਦੇ ਨੇ, ਤੁਹਾਡੀ ਫੋਨ ਕਾਲ ਦਾ ਰਿਪਲਾਈ ਕਰਨਗੇ, ਤੁਹਾਡੀ ਗੱਲ ਦਾ ਰਿਪਲਾਈ ਕਰਨ। ਕਰਾਚੀ ਵਾਲਿਆਂ ਨੇ ਸਾਡਾ ਬਹੁਤ ਗੈਪ ਹੋਣਾ, ਇੰਨੇ ਕੁ ਸੈਕਟਰੀ ਵਿੱਚ ਪਾ ਦਿੱਤੇ ਹੋਏ ਨੇ। ਉਸ ਤੋਂ ਸ਼ੂਟਿੰਗ ਵਾਲਾ ਉਹਨਾਂ ਨੂੰ ਇੱਕ ਵੈਨ ਚਾਹੀਦੀ ਹੈ, ਕਰੋੜਾਂ ਰੁਪਏ ਚਾਹੀਦਾ ਹੈ, ਘੰਟੇ ਵਾਸਤੇ ਪੈਸੇ ਚਾਹੀਦੇ ਨੇ। ਉਹਨਾਂ ਨੂੰ ਥੋੜ੍ਹਾ ਧਿਆਨ ਕਰਨਾ ਚਾਹੀਦਾ, ਲਾਹੌਰ ਦੀ ਫਿਲਮ ਇੰਡਸਟਰੀ ਵੀ ਚੱਲੇ, ਇਹਨਾਂ ਨੂੰ ਵੀ ਧਿਆਨ ਕਰਨ, ਇਹਨਾਂ ਨੂੰ ਐਕਟਰਾਂ ਨੂੰ ਆਪਣਾ ਭੈਣ ਭਰਾ ਸਮਝਣ। ਮੈਂ ਜਦੋਂ ਕਹਿੰਦਾ ਕਰਾਚੀਓਂ ਕਿਸੇ ਨੂੰ ਲਈਏ, ਉਹ ਕਹਿੰਦਾ ਜਨਾਬ ਉਹਨਾਂ ਨੂੰ ਤੁਹਾਡੇ 'ਤੇ ਬੜੀ ਖਾਰ ਹੈ, ਜੋ ਹਮਾਯੂੰ ਸਈਦ ਵੀ ਤੋਂ ਫਲॉप ਹੋ ਕੇ ਗਿਆ ਸੀ, ਨੁਮਾਨ ਇਜਾਜ਼ ਵੀ ਤੋਂ ਫਲॉप ਹੋ ਕੇ ਗਿਆ ਸੀ, ਤਾਂ ਤੁਹਾਡੀ ਫਿਲਮਾਂ 'ਚ ਕੰਮ ਕਰਨਾ ਨਹੀਂ, ਜਦੋਂ ਤੁਹਾਡੇ 'ਤੇ ਗੁੱਸਾ ਹੈ। ਹੁਣ ਮੈਨੂੰ ਇਹ ਵੀ ਨਹੀਂ ਪਤਾ, ਕਿਉਂਕਿ ਮੈਂ ਉਦੋਂ ਫਿਲਮਾਂ 'ਚ ਹੈਗਾ, ਮੈਨੂੰ ਇਹ ਵੀ ਨਹੀਂ ਪਤਾ ਕਿਸ ਗੱਲ ਦਾ ਗੁੱਸਾ ਹੈ। ਅੱਛਾ, ਉਹਨਾਂ ਨੂੰ ਉਹਦੇ 'ਤੇ ਗੁੱਸਾ, ਸਾਡੇ 'ਤੇ ਗੁੱਸਾ ਤਾਂ ਨਹੀਂ ਹੈ। ਅਸੀਂ ਅਗਰ ਕਿਸੇ ਨੂੰ ਕਰਨ ਜਾਈਏ, ਉਹ ਸਾਡਾ ਸਾਥ ਦੇਣਾ ਚਾਹੀਦਾ, ਜਿਸ ਤਰ੍ਹਾਂ ਸਾਡਾ ਸਾਥ ਜਵੇਦ ਸ਼ੇਖ ਸਾਹਿਬ ਨੇ ਦਿੱਤਾ। ਇੱਕ ਅਸੀਂ ਫ਼ੋਨ ਕਾਲ ਕੀਤੀ, ਉਹਨੇ ਕਿਹਾ ਜੀ ਮਾਜ਼ਰਾ ਮੈਂ ਆ ਰਹੀ ਕੀਤਾ, ਉਹਨਾਂ ਨੇ ਸਾਰ ਕਮਾਲ ਕਰਤਾ। ਉਹਨਾਂ ਨੇ ਇੰਨਾ ਕੰਪਰੋਮਾਈਜ਼ ਕੀਤਾ, ਇਹਨੇ ਅਕਲਮੰਦੀ ਨਾਲ। ਉਹਨਾਂ ਨੇ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ, ਜਿੰਨੇ ਦੇਰ ਲਈ ਕਹਿੰਦੇ ਹੋ, ਜਿੰਨੇ ਪੈਸੇ ਤੁਸੀਂ ਕਹਿੰਦੇ ਹੋ, ਕੋਈ ਮਸਲਾ ਨਹੀਂ, ਘਰ ਵਾਲੀ ਗੱਲ। ਇਸ ਤਰ੍ਹਾਂ ਹੀ ਸ਼ਮੂਨ ਅਬਾਸੀ ਸਾਹਿਬ ਨੇ ਸਾਡਾ ਸਾਥ ਦਿੱਤਾ, ਉਹ ਵੀ ਫਿਲਮ ਜਵੇਲਰ ਨੇ। ਉਹਨਾਂ ਨੇ ਵੀ ਕੋਈ, ਉਹਨਾਂ ਨੇ ਕਿਹਾ ਮੁਝੇ इन्होंने ਕਹਿ ਕਿ ਜੀ ਉਹ ਬੜਾ ਮਹਿੰਗਾ ਹੈ, ਬੜਾ ਮਹਿੰਗਾ ਹੈ। ਉਹ ਭੱਟ ਸਾਹਿਬ ਮੇਰੇ ਕੋਲ ਫਿਲਮ ਸਾਜ਼ ਦੂਰ ਕਰਦੇ ਭਜਾਤੇ ਨੇ ਇਹਨਾਂ ਨੇ। ਉਹ ਯਾਰ ਮੈਂ ਮਹਿੰਗਾ ਸਸਤਾ मैं किसी को क्या मैं मेरे ना गल तो करन। मतलब पॉलिटिक्स भी है क्या यहाँ पे। उन्होंने अब्बासी साहब ने मुझे खुद ये बात की यार महंगा सस्ता मैं किसी ने गल की है। तो ਅਸੀਂ ਜਦੋਂ ਅਸੀਂ ਉਹਨਾਂ ਨੂੰ ਫੋਨ ਕਾਲ ਕੀਤੀ, ਸਾਡਾ 5 ਮਿੰਟ 'ਚ ਸਾਡੇ ਨਾਲ ਡਾਇਰੈਕਟ ਹੋ ਗਿਆ। ਉਹਨਾਂ ਦਾ ਮਸਲਾ ਹੀ ਕੋਈ ਨਹੀਂ, ਮੈਂ ਆ ਰਿਹਾ। ਤੇ ਭੱਟ ਸਾਹਿਬ ਉਹ ਦੋ ਲੋਕ ਆ ਤੇ ਗਏ, ਜਿਹਦੇ ਜਾਵੇਦ ਸ਼ੇਖ ਔਰ ਸ਼ਮੂਨ ਅਬਾਸੀ, ਤੇ ਬਾਕੀ ਜੇ ਸ਼ੇਖ ਸਾਹਿਬ ਨੇ ਤਾਂ ਸਾਡੇ ਲਾਹੌਰ ਦੇ ਹੀ ਸਨ, ਉਹ ਤੇ ਕਰਾਚੀ ਵੈਸੇ ਗਏ, ਪਿੰਡੀ ਦੇ ਨੇ। ਲੇਕਿਨ ਸਾਡੇ ਜੇ ਜ਼ਿਆਦਾ ਲਾਹੌਰ ਦੇ ਮਤਲਬ ਦੂਸਰੇ ਆਰਟਿਸਟ ਵੀ ਜਿਹੜੇ ਨੇ ਜੀ, ਉਹ ਵੀ ਇਹਨਾਂ ਵਾਂਗੂ ਹੀ ਹੋਣ ਕਿ ਗੱਲ ਕਾਫੀ ਐਕਟਰ ਨੇ ਜਿਹੜੇ ਸਰ। ਰਾਣਾ ਸਾਹਿਬ ਦੀ ਇਹ ਖੂਬੀ ਰਹੀ ਜੇ, ਰਾਣਾ ਸਾਹਿਬ ਦੀਆਂ ਪਹਿਲੀਆਂ ਫਿਲਮਾਂ ਵਿੱਚ ਵਹੀਦ ਮੁਰਾਦ ਸਾਹਿਬ ਦੇ ਬੇਟੇ ਆਦਲ ਮੁਰਾਦ ਔਰ ਇਹਨਾਂ ਦੇ ਸੈੱਟ 'ਤੇ ਮੈਂ ਤਲਤ ਹੁਸੈਨ ਸਾਹਿਬ ਨੂੰ ਵੀ ਮਿਲਿਆ, ਉਹਨਾਂ ਨੂੰ ਵੀ ਬੁਲਾਇਆ ਸੀ। ਰਾਣਾ ਸਾਹਿਬ ਦੀ ਇਹ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਪੂਰੀ ਜਿਹੜੀ ਕਾਸਟ ਹੈ ਉਹਨੂੰ ਮਲਟੀ ਕਾਸਟ, ਸਾਰੇ ਮੁਲਕ ਦੀ ਕਾਸਟ ਹੋਵੇ, ਯਾਨੀ ਕਰਾਚੀ ਤੋਂ ਲੋਕ ਹੋਣ, ਲਾਹੌਰ ਤੋਂ ਲੋਕ ਹੋਣ ਔਰ ਦੂਸਰੇ ਸਟੇਸ਼ਨਸ ਤੋਂ। ਇਹ ਇੱਕ ਉਹਦੀ ਫੀਲ ਬੜੀ ਇੱਕ ਅੱਛੀ ਆ ਜਾਂਦੀ ਹੈ। ये एक अजीब बात है। फिल्म कॉमी लगन लग पैंदी सर, सारे आर्टिस्ट कॉमी भी लगती है। और ये कितनी एक अजीब बात, ये बड़ी दुख की बात है कि यहाँ फिल्में वो बन नहीं रही और 6-6 सेक्रेटरी पा ले ने। ये तो बड़ी अजीब बात नहीं। तो इन्ने सैकटरी पा ले, इन्नी वैन मंग ली, सारा कुछ बॉलीवुड वाला प्रोटोकॉल मंग लिया, तो इन्होंने फिल्मों के बिजनेस चुक के वेखो कि इन्होंने प्रोड्यूसर को धुर में किन्ने सैडे ने, तो उन्होंने आया की नहीं। क्या कोई आर्टिस्ट जो है, जो ये डिमांड करता है, वैनिटी डिमांड करता है, और 6-6 कोई प्रोड्यूसर डायरेक्टर, राणा साहब जो हैं एक रिस्पेक्टेबल पाकिस्तान के डायरेक्टर हैं, जिन्होंने जो कन्वेंशनल फिल्म इंडस्ट्री थी, सुल्तान राई साहब, अंजुमन साहिबा, मुस्तफा कुरैशी साहब, मोहम्मद अली साहब, इन सब के साथ काम किया, और रैम्बो किथों साहब ला लिया। तो इनके साथ, सबके साथ जो है वो काम किया है, और तलत हुसैन साहब के साथ काम किया है। आदल मुराद, वहीद मुराद के बेटे को किसी कराची के प्रोड्यूसर डायरेक्टर ने प्रोटैगनिस्ट नहीं लिया था, राणा साहब ने लिया था। तो इनके साथ ये रवैया जो है वो तो अब भी नहीं बता रहे शरीफ आदमी, भट्ट साहब ये बता रहे हैं। तो ये बड़ी एक शर्मनाक बात है। आपको ये सोच होनी चाहिए कि राज कपूर साहब, शोमैन राज कपूर ने जो मार्केट ओवरसीज मार्केटिंग की थी, वो इस तरह से की थी कि वो जाके प्रिंट जो है खुद कंधों पे उठा के रूस और सारी दुनिया में वो एग्जीबिट की फिल्में करवाई थी। वो पहले फिल्म मार्केट से बनाओ, पहले फिल्म बिजनेस तो करो, फिर पैसे भी मांग लीजिएगा। क्यों अपना राणा साहब? बिल्कुल बजा कहा आपने। बिल्कुल आसानियाँ पैदा करनी चाहिए ताकि ज़्यादा से ज़्यादा प्रोडक्शन हो, ज़्यादा से ज़्यादा फिल्में बने। बहुत कम फिल्में पड़ गई। ईद के ईद लगती हैं, ईद पे लगती हैं 4-5, बस उसके अलावा कुछ भी नहीं। पूरा आप बात करना चाह रहे थे आप? अभी आपने कितनी खूबसूरत बात की। आपने तो राणा साहब के हवाले से बात की, मैं बात करना चाहता हूँ लाहौर की फिल्म इंडस्ट्री के हवाले से, कि जब यहाँ की इंडस्ट्री चल रही थी 70s, 80s, 60s, 90s तक भी, 2010 तक भी, तो पूरे पाकिस्तान के आर्टिस्ट यहाँ उनको वेलकम किया जाता था। कोयटा के आर्टिस्ट, पेशावर के आर्टिस्ट, कराची के आर्टिस्ट, उनको इवन 71 से पहले बांग्लादेश से, जो हमारा बंगाल था सूबा, वहाँ से लोग यहाँ आते थे। शबनम मैडम, रोगन गोश साहब, रहमान साहब। तो ये लाहौर की इंडस्ट्री के अंदर जो फ़राख दिली है ना, वो कहीं भी नहीं है। और इसीलिए जो लाहौर की फ़िल्म है उसने 60-70 साल का रूज देखा है।
और बाकी किसी एक शहर की फिल्म होगी, अगर कराची में एक फिल्म बनती है जिसमें 2 कराची के एक लड़का और लड़की है और वहीं के 2-4 करैक्टर एक्टर्स हैं, तो वो एक सिटी की फिल्म है। वो पाकिस्तान की एक नेशनल कौमी फिल्म नहीं है। कौमी फिल्म लाहौर ने ही प्रोड्यूस की है, और जब भी की है, और चाहे हुमायूं सईद साहब का भी जिक्र हुआ